तेरे कवन कवन गुण कह कह गावां, तू साहिब गुणी निधाना। तुमरी महिमा वरन न सकों, तू ठाकुर ऊच भगवाना। धन वाहिगुरु साहिब जी। जन्म जन्म पर मत फिरियो, मिट्यो न जम को त्रास। कहो नानक हर भज मना, निरभै पावैं बास। जन्म जन्म पर मत फिरियो, मिट्यो ना जम को त्रास। कहो नानक हर भज मना, निरभै पावैं बास। गरीब नवाज। वाली कुल आलम मुकद्दस मुबारक खुशियां भरी गोद अंदर सतगुरु धन धन श्री गुरु ग्रंथ साहिब महाराज जी की गोद विच बैठ के रब्बी बाणी का कीर्तन आप जी ने सरवण किया। अरदास करिए सतगुरु जी के चरना अंदर एक खुराक जिहड़ी साडी बाहर दी है वो साडे तन ते असर करती है। एक खुराक है साडी गुरबाणी जिन्ने साडे मन ते असर करना है। बाहर दी खुराक ने भी असर किया ते गुरु चरना विच ये अरदास करिए तेरे बचन तेरी बाणी साडे मन ते असर हो जाए ताकि आपां मन करके गुरु चरना विच बैठ जाइए। तन करके बैठना बड़ा सौखा है, बड़ा सौखा, पर मन करके बैठना बड़ा ही औखा है। क्यों? कबीर मन पंखी पयो, पंछी है ना, ते पंछी का काम है उड़ना, ते जिहड़ा उड़ रहा है उहदी एक थां नहीं हुंदी, उहदे लई एक चोणवा दरख्त नहीं हुंदा। कदी इस दरख्त तो उस दरख्त ते उड़दा ही चला जाएगा। बस मन की भी उडारी यही है, साडे अंदर की रफ्तार मन की यह है कि भी आपां मन करके उड़ रहे हैं। सो अरदास करिए सतगुर मन करके आपां खलो जाइए। ये नहीं कि भी हुण सोचना समझना विचारना ये छड्ड दईए, नहीं, वो भाव दे विच नहीं मैं आप जी दे नाल गल कर रहा। भाव कि मन नूं गुरु चरनां विच टिका लईए इस भाव दे अंदर। सो आओ सतगुर कृपा करे। गुरु तेग बहादुर महाराज 9वें पातशाह धर्म की चादर सतगुरु जी के पावन बचन आप जी दे नाल साझे किए जा रहे हैं। आप जी ने 33 नंबर श्लोक सरवण किया। इस बचन दे अंदर सतगुरु जी की रहमत बख्शिश साडे ते करदे आ, उस नूं समझण विचारण तो पहलां
ਸਾਹਿਬਾਂ ਦੇ ਚਰਨਾਂ 'ਚ ਸੀਸ ਨਵਾਈਏ। ਆਪ ਸਭ ਸੰਗਤਾਂ ਆਸੀਸ ਬਖਸ਼ੋ ਤੇ ਗੁਰੂ ਸਤਿਗੁਰ ਕਿਰਪਾ ਕਰਨ, ਆਪਣੀਆਂ ਵਿਚਾਰਾਂ ਆਪ ਹੀ ਮਿਹਰ ਭਰਿਆ ਹੱਥ ਰੱਖ ਕਰਾ ਲੈਣ। ਆਓ ਸਤਿਗੁਰੂ ਜੀ ਨੂੰ ਨਮਸਕਾਰ ਕਰੋ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲਾ ਬਚਨ ਥੋੜ੍ਹਾ ਜਿਹਾ ਪਿਛੋਕੜ ਨੂੰ ਸਮਝਿਓ, ਅਗਲਾ ਬਚਨ ਤਾਂ ਸਾਂਝਾ ਕੀਤਾ ਜਾ ਸਕਦਾ ਹੈ। ਆਪ ਜੀ ਦੇ ਨਾਲ ਇਸ ਤੋਂ ਪਹਿਲਾਂ ਜਦੋਂ ਬਚਨ ਸਾਂਝਾ ਕੀਤਾ ਸੀ ਤੇ ਉਹਦੇ ਵਿੱਚ ਗੱਲ ਚੱਲੀ ਸੀ, ਸੁਖ ਮਹਿ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਜਿਤਨੇ ਵੀ ਰਿਸ਼ਤੇਦਾਰ ਨੇ, ਸਾਕ ਨੇ, ਸੰਬੰਧੀ ਨੇ, ਮਿੱਤਰ ਨੇ, ਸੱਜਣ ਨੇ, ਭੈਣ ਹੈ, ਭਰਾ ਹੈ, ਕੋਈ ਵੀ ਹੈ, ਸਤਿਗੁਰੂ ਜੀ ਨੇ ਸਮਝਾਇਆ ਸਭ ਸੁੱਖ ਦੇ ਵਿੱਚ ਹੀ ਨੇ। ਦੁੱਖ ਮੈਂ ਸੰਗ ਨਾ ਕੋਏ। ਦੁੱਖ ਵੇਲੇ, ਬਿਪਤਾ ਵੇਲੇ, ਮੁਸ਼ਕਲ ਵੇਲੇ ਕੋਈ ਵੀ ਸਾਥੀ ਨਹੀਂ। ਟੂਕ ਮਾਤਰ। ਇੱਕ ਭਗਤ ਫਰੀਦ ਜੀ ਦਾ ਬਚਨ ਹੈ। ਭਗਤ ਫਰੀਦ ਜੀ ਕਹਿੰਦੇ ਆ, ਫਰਿੰਦਾ ਗੱਲੀ ਸੋ ਸੱਜਣ ਵੀ, ਹੋਂ ਢੁੰਡੇਂਦੀ ਨਾ ਲਹਾਂ, ਧੁੱਖਾਂ ਜਿਉ ਮਾਲੀ, ਕਾਰਨ ਤਿੰਨਾ ਮਾਂ ਪਿਰੀ। ਭਾਵ ਨੂੰ ਸਮਝਿਓ ਹੁਣ ਥੋੜ੍ਹਾ ਜਿਹਾ, ਬੜਾ ਪਿਆਰੇ ਅਰਥ ਨੇ ਇਹਦੇ। ਭਗਤ ਫਰੀਦ ਜੀ ਕਹਿੰਦੇ ਆ, ਗੱਲਾਂ ਵਾਲੇ ਵੀ ਮਿਲ ਜਾਂਦੇ ਆ, ਗੱਲੀ ਸੋ ਸੱਜਣ ਵੀ, ਗੱਲਾਂ ਵਾਲੇ ਵੀ ਮਿਲ ਗਏ, ਪਰ ਇੱਕ ਵੀ ਸੱਜਣ ਇਹੋ ਜਿਹਾ ਨਹੀਂ ਮਿਲਿਆ ਜਿਹੜਾ ਮੇਰੇ ਦੁੱਖ ਵਿੱਚ ਮੇਰੇ ਨਾਲ ਖੜਦਾ ਹੋਵੇ। ਧੁੱਖਾਂ ਜਿਉ ਮਾਲੀ। ਮਾਲੀ ਦਾ ਕੀ ਅਰਥ ਹੋਇਆ ਜੀ ਭਲਾ? ਮੈਨੂੰ ਆਸ ਤੁਹਾਨੂੰ ਪਤਾ ਹੋਵੇਗਾ। ਪਿੰਡਾਂ ਦੇ ਅੰਦਰ ਨਾ, ਅੱਜ ਵੀ ਤੁਸੀਂ ਪੰਜਾਬ, ਹਰਿਆਣਾ, ਯੂਪੀ, ਜਦੋਂ ਕਿਸੇ ਵੀ ਪਿੰਡ ਵਿੱਚ ਚਲੇ ਜਾਓ, ਹਰੇਕ ਪਿੰਡ ਦੇ ਅੰਦਰ ਹੀ ਹੈ। ਪਿੰਡ ਦੇ ਵਿੱਚ ਜਦੋਂ ਤੁਸੀਂ ਐਂਟਰ ਹੁੰਦੇ ਹੋ ਨਾ, ਜਦੋਂ ਪਿੰਡ ਦੇ ਵਿੱਚ ਵੜਦੇ ਹਾਂ ਆਪਾਂ, ਤੇ ਪਿੰਡ ਦੇ ਬਾਰ-ਬਾਰ, ਜਿਹਨੂੰ ਆਪਾਂ ਕਹਿੰਦੇ ਹਾਂ, ਕਿਉਂਕਿ ਅੱਜ ਦੀ ਮੈਨੂੰ ਨਹੀਂ ਲੱਗਦਾ ਕਿ ਵੀ ਅੱਜ ਦੇ ਜਿਹੜੇ ਹੈ ਨਾ ਜੀ ਨਵੀਂ ਪੀੜ੍ਹੀ ਹੈ, ਚਲੋ ਮੈਂ ਵੀ ਭਾਵੇਂ ਉਸ ਵਿੱਚ ਹੀ ਆਉਂਦਾ ਹਾਂ, ਪਰ ਜੂ ਇੱਕ ਸ਼ਬਦ ਵਰਤਿਆ ਜਾਂਦਾ ਸੀ, ਜੂਹਾਂ। ਜਦੋਂ ਤੁਸੀਂ ਪਿੰਡ ਦੀ ਜੂ ਨੂੰ ਲੰਘਦੇ ਹੋ ਨਾ, ਤਾਂ ਉਸ ਪਿੰਡ ਦੇ ਬਾਰ-ਬਾਰ ਇੱਕ ਰੂੜੀ ਪਈ ਹੁੰਦੀ ਹੈ। ਉਸ ਰੂੜੀ ਦੇ ਅੰਦਰ ਅੱਗ ਜਿਹੜੀ ਹੈ ਨਾ ਧੁਖਦੀ ਰਹਿੰਦੀ ਹੈ, ਧੁਖਦੀ ਰਹਿੰਦੀ ਹੈ, ਬਲਦੀ ਰਹਿੰਦੀ ਹੈ। ਉਹਨੂੰ ਕਹਿੰਦੇ ਆ ਮਾਲੀ, ਜਾਂ ਸੌਖੇ ਜਿਹੇ ਸ਼ਬਦਾਂ ਵਿੱਚ ਕਹਿ ਲਈਏ, ਪਿੰਡਾਂ ਵਿੱਚ ਸਾਡੇ ਮੱਲੜ ਸ਼ਬਦ ਵੀ ਵਰਤਿਆ ਜਾਂਦਾ ਸੀ। ਹੁਣ ਉੱਥੋਂ ਭਗਤ ਫਰੀਦ ਜੀ ਇੱਕ ਉਦਾਹਰਨ ਦਿੰਦੇ ਆ, ਕਹਿਣ ਲੱਗੇ ਜਿਵੇਂ ਮਾਲੀ ਧੁਖਦੀ ਰਹਿੰਦੀ ਹੈ ਨਾ, ਇਸੇ ਤਰ੍ਹਾਂ ਉਸ ਨਿਰੰਕਾਰ ਸੱਜਣ ਨੂੰ ਵੇਖਣ ਦੇ ਲਈ ਕਾਰਨ ਤਿੰਨਾਂ ਮਾਂ ਪਿਰੀ, ਮੈਨੂੰ ਕੋਈ ਇਹੋ ਜਿਹਾ ਨਹੀਂ ਮਿਲਿਆ ਜਿਹੜਾ ਮੇਰੇ ਦੁੱਖ ਦੇ ਵਿੱਚ ਸ਼ਾਮਲ ਹੋ ਜਾਏ। ਭਾਵ ਇਹੋ ਜਿਹਾ ਕੋਈ ਸੱਜਣ ਮਿੱਤਰ ਨਹੀਂ ਹੈ। ਇੱਕ ਹੋਰ ਛੋਟਾ ਜਿਹਾ ਬਚਨ ਸਾਂਝਾ ਕਰਾਂ। ਜਦੋਂ ਤੁਸੀਂ ਬਾਣੀ, ਮਾਰੂ ਰਾਗ ਬਾਣੀ ਪੜ੍ਹਦੇ ਹੋ ਨਾ, ਉੱਥੇ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ। ਉਸ ਬਚਨ ਦੇ ਅੰਦਰ ਵੀ ਸਤਿਗੁਰੂ ਜੀ ਸੱਜਣ ਮਿੱਤਰ ਦੀ ਗੱਲ ਕਰਦੇ ਆ। ਪਤਾ ਕੀ ਕਹਿੰਦੇ ਆ ਸਤਿਗੁਰੂ ਜੀ? ਨਾਨਕ ਕੱਚੜਿਆਂ ਸਿਉ ਤੋੜ। ਹੁਣ ਤੱਕ ਦੇ ਜਿੰਨੇ ਵੀ ਆ ਗੱਲਾਂ ਵਾਲੇ ਵੀ ਨੇ ਨਾ, ਇਹ ਸਾਰੇ ਕੱਚੇ ਦੇ ਕੱਚੇ ਸਨ। ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਪੱਕਿਆ। ਹੁਣ ਇੱਥੇ ਪੱਕਿਆਂ ਦੀ ਭਾਲ ਕਿਉਂ ਹੈ? ਫਿਰ ਮੈਂ ਛੋਟੀ ਜਿਹੀ ਇੱਕ ਬੇਨਤੀ ਕਰਨ ਲੱਗਾ, ਇੱਥੋਂ ਹੀ ਗੱਲ ਸ਼ੁਰੂ ਕਰਾਂਗੇ। ਜਦੋਂ ਤੁਸੀਂ ਭੱਟ ਸਾਹਿਬਾਨਾਂ ਵਾਲੇ ਪਾਸੇ ਝਾਤ ਮਾਰਦੇ ਹੋ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 11 ਭੱਟਾਂ ਦੀ ਬਾਣੀ ਹੈ, 11 ਭੱਟ ਸਾਹਿਬਾਨ। ਇੱਕ ਵਾਰੀ ਤੁਹਾਡੇ ਗਿਆਤ ਦੇ ਲਈ ਮੈਂ ਸਾਂਝੀ ਕਰ ਦਿੰਦਾ।
6 ਗੁਰੂ ਸਾਹਿਬਾਨਾਂ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ ਹੈ, 3 ਗੁਰਸਿੱਖਾਂ ਦੀ ਬਾਣੀ ਹੈ ਤੇ 11 ਭੱਟ ਸਾਹਿਬਾਨਾਂ ਦੀ ਬਾਣੀ ਹੈ। ਕੁੱਲ ਮਿਲਾ ਕੇ 35 ਬਣਦੇ ਨੇ। ਇਉਂ ਕਹਿ ਲਏ ਕਿ 35 ਮਹਾਂਪੁਰਖ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ। ਉਹਨਾਂ ਦੇ ਵਿੱਚੋਂ 11 ਭੱਟਾਂ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ। 11 ਭੱਟ ਸਾਹਿਬਾਨ, ਇਹਨਾਂ ਵਿੱਚੋਂ ਕੁਝ ਕੁ ਜਦੋਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ ਆ ਨਾ, ਸ਼ਰਨ ਵਿੱਚ ਆ ਕੇ ਕੀ ਵੇਖਦੇ ਆ ਕਿ ਵੀ ਅਸੀਂ ਤਾਂ ਹੁਣ ਤੱਕ ਸੱਜਣ ਸੰਤ ਟੋਲਦੇ ਥੱਕ ਗਏ, ਕਿਉਂਕਿ ਉਹਨਾਂ ਦਾ ਕੰਮ ਸੀ ਘੁੰਮਣਾ ਫਿਰਨਾ, ਇੱਧਰ ਉੱਧਰ ਤੋਰਾ ਫੇਰਾ ਉਹਨਾਂ ਦਾ ਰਹਿੰਦਾ ਸੀ। ਇੱਕ ਥਾਂ ਤੋਂ ਦੂਜੀ ਥਾਂ 'ਤੇ ਚਲੇ ਗਏ, ਦੂਜੀ ਤੋਂ ਤੀਜੀ, ਇਸ ਤਰ੍ਹਾਂ ਉਹਨਾਂ ਦਾ ਕੰਮ ਸੀ ਤੁਰਿਆ ਫਿਰਨਾ। ਇੱਕ ਦਿਨ ਤੁਰਦੇ ਫਿਰਦੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਏ। ਜਦੋਂ ਸ਼ਰਨ ਵਿੱਚ ਆਏ ਕੀ ਵੇਖਦੇ ਆ, ਹੁਣ ਤੱਕ ਅਸੀਂ ਇੰਨਾ ਲੱਭਿਆ, ਇੰਨਾ ਤੁਰੇ, ਇੰਨਾ ਫਿਰੇ, ਪਰ ਇਹਦੇ ਵਰਗਾ ਸੰਤ, ਇਹਦੇ ਵਰਗਾ ਮਿੱਤਰ, ਇਹਦੇ ਵਰਗਾ ਨਿਰੰਕਾਰ ਰੂਪ ਸਾਨੂੰ ਕਿਤੇ ਨਹੀਂ ਮਿਲਿਆ। ਹੁਣ ਉੱਥੇ ਭੱਟ ਸਾਹਿਬਾਨ ਇੱਕ ਬਚਨ ਸਾਂਝਾ ਕਰਦੇ ਆ ਸਾਡੇ ਨਾਲ, ਰਖਿਓ ਸੰਤ ਹੋ ਟੋਲ। ਟੋਲ ਦਾ ਅਰਥ ਹੁੰਦਾ ਟੋਲਣਾ, ਭਾਵ ਲੱਭਣਾ। ਲੱਭਿਆ ਉਹਨੂੰ ਜਾਂਦਾ, ਜਿਵੇਂ ਆਪਾਂ ਕੋਈ ਚੀਜ਼ ਸਾਡੀ ਗਵਾਚ ਜਾਏ ਨਾ, ਆਪਾਂ ਉਹਨੂੰ ਲੱਭਦੇ ਹਾਂ। ਅਤੇ ਬਜ਼ੁਰਗ ਜਿਹੜੇ ਆ ਉਹ ਸ਼ਬਦ ਜਦੋਂ ਉਹਨਾਂ ਦੇ ਕੋਲੇ ਗੱਲਬਾਤ ਆਪਾਂ ਕਰਦੇ ਹਾਂ, ਮੇਰੀ ਚੀਜ਼ ਨਹੀਂ ਲੱਭਦੀ, ਅਤੇ ਅਕਸਰ ਸਾਡੇ ਬਜ਼ੁਰਗ ਇਹ ਸ਼ਬਦ ਵਰਤਿਆ ਕਰਦੇ ਸਨ, ਇੱਥੇ ਨਾ ਟੋਲ, ਉੱਥੇ ਜਾ ਕੇ ਟੋਲ, ਭਾਵ ਇੱਥੇ ਨਾ ਲੱਭ। ਉਹਨਾਂ ਨੂੰ ਪਤਾ ਕਿ ਉੱਥੇ ਚੀਜ਼ ਵੀ ਉੱਥੇ ਜਾ ਕੇ ਲੱਭ, ਤੈਨੂੰ ਲੱਭ ਜਾਏਗੀ। ਬਸ ਆਹੀ ਕਹਾਣੀ ਹੈ। ਰਖਿਓ ਸੰਤ ਹੋ ਟੋਲ, ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪਸੀਆ ਮੁਖੋਂ ਇਹ ਪੰਡਿਤ ਮਿੱਠੇ, ਕਹਿਤਿਆਂ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਬੜੇ ਸੱਜਣ ਮਿਲੇ, ਬੜੇ ਸੰਤ ਮਿਲੇ, ਪਰ ਅੰਦਰ ਨੂੰ ਖੁਸ਼ੀ ਸਤਿਗੁਰੂ ਤੇਰੇ ਵਰਗਾ ਸੱਜਣ ਪਾ ਕੇ ਮਿਲੀ। ਇਸ ਕਰਕੇ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਪੱਕਿਆਂ। ਅੱਗੇ ਅੱਗੇ ਬੇਨਤੀ ਧਿਆਨ ਨਾਲ ਸੁਣਿਓ। ਓਏ ਜਵਿੰਦੇ ਵਿਛੜੈ, ਓਏ ਜਵੰਦੇ ਵਿਛੜੈ, ਮੁਆ ਨਾ ਜਾਹੀ ਛੋੜ। ਜਿਹੜੇ ਜਿਉਂਦੇ ਨੇ ਨਾ ਤੁਹਾਡੇ ਕੋਲ, ਉਹ ਦੂਰ ਹੋ ਜਾਂਦੇ ਆ। ਸੱਜਣ ਐਸਾ ਲੱਭ ਜਿਹੜਾ ਮਰਿਆਂ ਤੋਂ ਬਾਅਦ ਵੀ ਸਾਥ ਨਾ ਛੱਡੇ। ਮੈਂ ਉਦਣ ਵੀ ਬੇਨਤੀ ਕੀਤੀ ਸੀ, ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਭਾਈ ਸੱਜਣ ਜੀ ਦੇ ਕੋਲ ਜਾ ਕੇ ਇਹੀ ਗੱਲ ਸਮਝਾਈ ਸੀ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਨ, ਜਿੱਥੈ ਲੇਖਾ ਮੰਗੀਆ ਤਿੱਥੈ ਖੜੇ ਦਿਸਨ। ਆਹ ਹੁੰਦਾ ਸੱਜਣ। ਸੋ ਸੁਖ ਮਹਿ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਤੇ ਸਤਿਗੁਰੂ ਜੀ ਕਹਿੰਦੇ ਸਨ, ਕਹੋ ਨਾਨਕ ਹਰਿ ਭਜ ਮਨਾ, ਅੰਤ ਸਹਾਈ ਹੋਏ। ਐਸਾ ਮਿੱਤਰ ਬਾਣਾ ਜਿਹੜਾ ਅੰਤ ਨੂੰ ਸਹਾਇਤਾ ਕਰੇ, ਮਦਦਗਾਰ ਬਣੇ। ਸਾਨੂੰ ਮਦਦਗਾਰ ਵਾਲਾ ਕੋਈ ਨਹੀਂ ਮਿਲਿਆ। ਆਪਾਂ ਬੜਿਆ ਲੱਭਾ, ਬੜਿਆ ਢੂੰਡਿਆ, ਬੜਾ ਟੋਲਿਆ, ਪਰ ਐਸਾ ਕੋਈ ਨਹੀਂ। ਜਿਹੜਾ ਵੀ ਟੱਕਰਿਆ ਦੁੱਖ ਦੇਣ ਵਾਲਾ ਹੀ ਟੱਕਰਿਆ, ਜਿਹੜਾ ਵੀ ਟੱਕਰਿਆ ਮੁਸੀਬਤਾਂ ਵਿੱਚ ਪਾ ਕੇ ਚਲਾ ਜਾਣ ਵਾਲਾ ਹੀ ਟੱਕਰਿਆ। ਕੋਈ ਐਸਾ ਨਹੀਂ ਸੀ ਜਿਹੜਾ ਮੁਸੀਬਤਾਂ 'ਚੋਂ ਕੱਢ ਲੈਂਦਾ, ਕੋਈ ਐਸਾ ਨਹੀਂ ਸੀ ਜਿਹੜਾ ਦੁੱਖਾਂ ਦੀਆਂ ਪੰਡਾਂ ਨੂੰ ਹੌਲਿਆਂ ਕਰ ਦਿੰਦਾ। ਸਾਰੇ ਦੁੱਖਾਂ ਵਿੱਚ ਪਾਉਣ ਵਾਲੇ ਟੱਕਰੇ। ਸਤਿਗੁਰੂ ਜੀ ਕਹਿੰਦੇ ਸਹਾਇਤਾ ਕਰਨ ਵਾਲਾ ਤਾਂ ਇੱਕੋ ਹੀ ਹੈ, ਉਹ ਹੈ ਰੱਬ ਨਿਰੰਕਾਰ। ਉਸ ਨਿਰੰਕਾਰ ਦੀ ਸ਼ਰਨ ਵਿੱਚ ਆ ਜਾ, ਰੱਬ ਤੈਨੂੰ ਕਦੀ ਦੁੱਖ ਲੱਗਣ ਹੀ ਨਹੀਂ ਦੇਗਾ। ਰੱਬ ਕਦੀ ਤੇਰੇ ਤੇ ਮੁਸੀਬਤ ਆਉਣ ਹੀ ਦੇਗਾ। ਉਹ ਤਾਂ ਐਸਾ ਦਾਤਾ ਹੈ, ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਤਾਂ ਜੁਗਾ ਜੁਗਾ ਤੋਂ ਸਹਾਇਤਾ ਕਰਦਾ ਆ ਰਿਹਾ, ਬਸ ਤੇਰੀ ਸਮਝ ਦੇ ਵਿੱਚ ਹੀ ਨਹੀਂ ਹੈ। ਅਸਲ ਵਿੱਚ ਸਾਨੂੰ ਗੁਰੂ ਦੀ ਸਮਝ ਨਹੀਂ ਆ ਰਹੀ। ਕਹਾਣੀ ਇੰਨੀ ਕੁ ਹੈ, ਜਿੰਨਾ ਕੁ ਆਪਾਂ ਸਮਝ ਰਹੇ ਹਾਂ ਨਾ ਪਰਮਾਤਮਾ ਨੂੰ ਜਾਂ ਗੁਰੂ ਨੂੰ, ਉਹਦੇ ਵਿੱਚੋਂ ਵੀ ਬੜੇ ਘੱਟ ਹੁੰਦੇ ਆ ਜਿਹੜੇ ਗੁਰੂ ਨੂੰ ਸਮਝ ਲੈਣ। ਨਹੀਂ ਤਾਂ ਬੜੀ ਔਖੀ ਘਾਟੀ ਹੈ, ਬੜੀ ਔਖੀ ਘਾਟੀ। ਸਤਿਗੁਰੂ ਜੀ ਕਹਿੰਦੇ ਆ, ਵੇਖ ਫਰਮਾਨ ਦਿੰਦੇ ਆ,
ਹੁਣ ਜੁਗਾਂ ਜੁਗਾਂ ਤੋਂ ਚੱਲੇ ਆ ਰਹੇ ਨੇ ਭਗਤ, ਕਿਉਂਕਿ ਭਗਤਾਂ ਦੀ ਪੈਜ ਸਵਾਰਦਾ ਆ ਰਿਹਾ। ਹੁਣ ਇੱਥੇ ਇੱਕ ਸਵਾਲ ਹੋਰ ਖੜਾ ਹੋ ਗਿਆ ਕਿ ਵੀ ਜੇ ਭਗਤਾਂ ਦੀ ਸਹਾਇਤਾ ਕਰਦਾ, ਇਹਦਾ ਮਤਲਬ ਹੈ ਕਿ ਵੀ ਕੋਈ ਕਹਾਣੀ ਉਹਨਾਂ ਨਾਲ ਜੁੜੀ ਹੋਈ ਹੈ ਨਾ, ਉਹਦਾ ਕੁਝ ਜੁੜਿਆ ਹੋਇਆ। ਭਗਤ ਉਹਦੇ ਨਾਲ ਜੁੜਿਆ, ਉਹ ਭਗਤਾਂ ਨਾਲ ਜੁੜਿਆ ਹੋਇਆ। ਹੁਣ ਇੱਕ ਬਚਨ ਮੈਂ ਫਿਰ ਸਾਂਝਾ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਫਿਰ ਆਸਾ ਕੀ ਵਾਰ, ਉਹਦੇ ਵਿੱਚ ਇੱਕ ਬਚਨ ਆਉਂਦਾ ਸਤਿਗੁਰੂ ਜੀ ਦਾ, ਭਗਤ ਤੇਰੇ ਮਨ ਭਾਵੰਦੇ। ਹੇ ਰੱਬਾ, ਤੂੰ ਜੁਗ ਜੁਗ ਤੋਂ ਕਿਵੇਂ ਮਦਦ ਕਰਦਾ ਆ ਰਿਹਾ? ਪਤਾ ਕਿਉਂ ਆ ਰਿਹਾ? ਸਤਿਗੁਰੂ ਜੀ ਕਹਿ ਰਹੇ, ਭਗਤ ਤੇਰੇ ਮਨ ਭਾਵੰਦੇ ਦਰ ਸੋਹਨ ਕੀਰਤ ਗਾਵੰਦੇ। ਕਿਉਂਕਿ ਉਹ ਕਦੀ ਵੀ ਆਪਣੇ ਮਨ ਵਿੱਚੋਂ ਤੈਨੂੰ ਭੁਲਾਉਂਦੇ ਨਹੀਂ। ਜਦੋਂ ਵੀ ਉਹ ਤੈਨੂੰ ਯਾਦ ਕਰਦੇ ਆ, ਸਤਿਗੁਰ ਭਾਵੇਂ ਉਹ ਭਗਤ ਧਰੂ ਜੀ ਹੋਣ, ਭਾਵੇਂ ਉਹ ਭਗਤ ਪ੍ਰਹਿਲਾਦ ਵਰਗੇ ਹੋਣ, ਤੂੰ ਉਹਨਾਂ ਨੂੰ ਵੀ ਬਚਾ ਲੈਣਾ, ਉਹਨਾਂ ਦੀਆਂ ਵੀ ਪਾਈਆਂ ਕੱਟ ਹੀ ਦਿੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਹਾਇਤਾ ਕਰਨ ਵਾਲਾ। ਥੋੜ੍ਹਾ ਜਿਹਾ ਤਾਂ ਸਾਂਝਾ ਕੀਤਾ ਤਾਂ ਕਿ ਪਿਛਲੀ ਵਿਚਾਰ ਆਪਾਂ ਸਾਂਝੀ ਕਰ ਸਕਦੇ ਹਾਂ, ਇਸ ਕਰਕੇ ਪਿਛੋਕੜ ਪਤਾ ਲੱਗ ਜਾਂਦਾ। ਕੱਲ੍ਹ ਮੈਂ ਤੁਹਾਡੇ ਨਾਲ ਤਾਂ ਨਹੀਂ ਗੱਲ ਸਾਂਝੀ ਕੀਤੀ ਕਿਉਂਕਿ ਕੱਲ੍ਹ ਮੈਂ ਆਪ ਦੋ ਚਿੱਤੇ ਵਿੱਚ ਸਾਂ। ਜਿਹੜਾ ਬਚਨ ਤੁਹਾਡੇ ਨਾਲ ਅੱਜ ਵਿਚਾਰਨਾ, ਬੜਾ ਸਮਾਂ ਲੱਗਾ ਮੈਨੂੰ ਇਹਨੂੰ ਵਿਚਾਰਨ ਦਾ, ਅਤੇ ਇਹਦੇ ਵਿੱਚੋਂ ਜੋ ਸਮਝ ਲੱਗੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਸਤਿਗੁਰੂ ਜੀ ਅੱਜ ਦੇ ਪਾਵਨ ਬਚਨ ਵਿੱਚ ਕਿਰਪਾ ਕਰਦੇ ਆ, ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਇਹਦੇ ਭਾਵ ਅਰਥਾਂ ਨੂੰ ਪਹਿਲਾਂ ਵਿੱਚ ਬਖਸ਼ਿਓ। ਪਰਮਾਤਮਾ ਦਾ ਸਿਮਰਨ ਭੁਲਾ ਕੇ ਜਿਹੜਾ ਰੱਬ ਦੀ ਯਾਦ ਨੂੰ ਭੁਲਾ ਦਿੰਦਾ, ਅਨੇਕਾਂ ਜਨਮਾਂ ਵਿੱਚ ਕਹਿੰਦੇ ਭਟਕਦਾ ਰਹਿੰਦਾ। ਭਟਕਣਾ ਇੱਕ ਜਨਮ ਦੀ ਨਹੀਂ, ਸਤਿਗੁਰੂ ਜੀ ਕਹਿੰਦੇ ਆ 2 ਜਨਮਾਂ ਦੀ ਨਹੀਂ ਹੈ। ਸਤਿਗੁਰੂ ਜੀ ਦੀ ਬਾਣੀ ਨੂੰ ਤੁਸੀਂ ਜਦੋਂ ਪੜ੍ਹਦੇ ਹੋ, ਸਤਿਗੁਰੂ ਜੀ ਕਹਿੰਦੇ ਆ ਕਈ ਜਨਮ ਭਏ ਕੀਟ ਪਤੰਗਾ, ਹੈ ਨਾ ਜੀ, ਕਈ ਜਨਮ ਭਏ ਕੀਟ ਪਤੰਗਾ। ਕਈ ਜਨਮ ਸਤਿਗੁਰੂ ਜੀ ਕਹਿੰਦੇ ਤੂੰ ਕੀੜਾ ਰਿਹਾ, ਪਤੰਗਾ ਰਿਹਾ। ਕਈ ਜਨਮ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਤੂੰ ਬਿਤਾ ਦਿੱਤੇ ਆ। ਸਰਪ ਬਣਿਆ ਰਿਹਾ, ਸਰਪ ਦਾ ਅਰਥ ਹੁੰਦਾ ਸੱਪ ਬਣਿਆ ਰਿਹਾ। ਇਸ ਬਚਨ ਦੇ ਅੰਦਰ ਇਹ ਵੀ ਕਹਿ ਦਿੱਤਾ ਤੂੰ ਸੈਲ ਗਿਰਵ ਕਰਿਆ, ਪਹਾੜ ਵੀ ਬਣ ਕੇ ਰਿਹਾ। ਇਸ ਤਰ੍ਹਾਂ ਦੇ ਜਨਮ ਦੀ ਭਟਕਣਾ ਤੇਰੇ ਨਾਲ ਜੁੜੀ ਰਹੀ। ਇੱਕ ਹੋਰ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ ਜੇ ਜਨਮਾਂ ਜਨਮਾਂ ਦੀ ਭਟਕਣਾ ਲੱਗੀ ਹੈ ਨਾ, ਤੇ ਜਨਮਾਂ ਜਨਮਾਂ ਦੇ ਨਾਲ ਇੱਕ ਗੱਲ ਇਹਦੇ ਹੋਰ ਵੀ ਬੜੀ ਕਮਾਲ ਦੀ ਜੁੜੀ ਹੋਈ ਹੈ। ਉਹ ਵੀ ਬੜੀ ਕਮਾਲ ਦੀ ਗੱਲ ਇਹਦੇ ਜੀਵਨ ਦੇ, ਇਹਦੇ ਜਨਮ ਦੇ ਨਾਲ ਹੀ ਜੁੜੀ ਹੋਈ ਹੈ। ਉਹ ਕਿਹੜੀ ਹੈ ਜੀ? ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਜਿਹਦੇ ਕਰਕੇ ਇਹਦੀ ਭਟਕਣਾ ਹੈ। ਕਿਉਂਕਿ ਮੈਲ ਹੁੰਦੀ ਹੀ ਉੱਥੇ ਹੈ ਜਿੱਥੇ ਸਫਾਈ ਨਾ ਹੋਵੇ। ਆਪਾਂ ਵੇਖਦੇ ਹਾਂ ਗੰਦਗੀ ਕਿੱਥੇ ਹੈ? ਜਿੱਥੇ ਸਾਫ਼ ਕਰਨ ਵਾਲਾ ਕੋਈ ਨਹੀਂ। ਆ ਤੁਸੀਂ ਕਿਤੇ ਚਲੇ ਜਾਓ, ਗਲੀ ਦੇ ਵਿੱਚ ਗੰਦਗੀ ਪਈ ਆ, ਦਾ ਮਤਲਬ ਕੋਈ ਸਾਫ਼ ਕਰਨ ਵਾਲਾ ਨਹੀਂ, ਉਹ ਪਈ ਆ ਗੰਦਗੀ। ਗੰਦਗੀ ਹੋਏਗੀ ਉੱਥੇ ਜਿੱਥੇ ਸਫਾਈ ਵਾਲਾ ਕੋਈ ਨਹੀਂ। ਹੁਣ ਇਸ ਮਨ ਦੀ ਗੱਲ ਹੈ, ਇਸ ਜਨਮ ਦੀ ਗੱਲ ਹੈ। ਜਿੰਨੇ ਵੀ ਜਨਮ ਆਇਆ, ਭਾਵੇਂ ਕੀਟ ਬਣ ਕੇ ਆਇਆ, ਪਤੰਗਾ ਬਣ ਕੇ ਆਇਆ, ਹਾਥੀ ਬਣ ਕੇ ਆਇਆ, ਜੋ ਵੀ ਬਣ ਕੇ ਆਇਆ, ਇਹਦਾ ਮਤਲਬ ਹੈ ਕਿ ਵੀ ਗੰਦਗੀ ਪਈ ਰਹੀ, ਸਾਫ਼ ਕੀਤੀ ਨਹੀਂ ਕਦੀ। ਆਮ ਘਰਾਂ ਦੇ ਅੰਦਰ ਨਾ ਤੁਸੀਂ ਕਦੀ ਵੇਖਣਾ, ਜਿਹੜੀਆਂ ਸਿਆਣੀਆਂ ਸੁਆਣੀਆਂ ਹੁੰਦੀਆਂ ਨੇ, ਸੁਆਣੀ ਦਾ ਅਰਥ ਹੁੰਦਾ ਇਸਤਰੀ, ਮਾਵਾਂ ਭੈਣਾਂ ਬੀਬੀਆਂ ਜਿਹੜੀਆਂ ਸਿਆਣੀਆਂ ਹੁੰਦੀਆਂ ਨੇ, ਉਹ 2 ਟਾਈਮ ਆਪਣੇ ਘਰ ਦੇ ਵਿੱਚ ਝਾੜੂ ਲਾਉਂਦੀਆਂ। ਆਮ ਜੇ ਘਰਾਂ ਵਿੱਚ ਤੁਸੀਂ ਵੇਖੋ ਸਾਰਾ ਦਿਨ ਲੱਗੀਆਂ ਰਹਿਣ, ਉਹ ਗੱਲ ਵੱਖਰੀ ਹੈ, ਪਰ ਆਮ ਘਰਾਂ ਦੇ ਵਿੱਚ 2 ਟਾਈਮ ਝਾੜੂ ਲੱਗਦਾ, ਸਵੇਰੇ ਅਤੇ ਸ਼ਾਮੀ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੀ ਘਰ ਵਿੱਚ ਗੰਦਗੀ ਹੈ, ਸਾਫ਼ ਕਰਨੀ ਬੜੀ ਜ਼ਰੂਰੀ ਹੈ। ਇੱਥੋਂ ਹੁਣ ਗੱਲ ਨੂੰ ਸਮਝਿਓ। ਸਤਿਗੁਰੂ ਜੀ ਕਹਿੰਦੇ ਆ ਜਨਮਾਂ ਜਨਮਾਂ ਦੀ ਬੰਦਿਆ ਭਟਕਣਾ ਹੈ, ਜਨਮਾਂ ਜਨਮਾਂ ਦੀ ਮੈਲ ਹੈ। ਹੁਣ ਉਹ ਜਨਮਾਂ ਜਨਮਾਂ ਦੀ ਮੈਲ ਤਾਂ ਹੀ ਲਏਗੀ ਜੇ ਤੂੰ ਆਪਣੇ ਮਨ ਨੂੰ ਸਾਫ਼ ਕਰ ਲਏਗਾ, ਜੇ ਆਪਣੇ ਹਿਰਦੇ ਨੂੰ ਸਾਫ਼ ਕਰ ਲਏਗਾ, ਸਾਫ਼ ਹੋ ਜਾਏਗੀ, ਭਟਕਣਾ ਖਤਮ ਹੋ ਜਾਏਗੀ। ਹੁਣ ਗੰਦਗੀ ਕਿਹੜੀ ਹੈ?
ਇਹਦੇ ਅੰਦਰ ਵਿਕਾਰਾਂ ਦੀ ਗੰਦਗੀ ਹੈ। ਇਹ ਅੱਖਾਂ ਰਾਹੀਂ, ਇਹ ਕੰਨਾਂ ਰਾਹੀਂ, ਇਹ ਮੂੰਹ ਰਾਹੀਂ, ਇਹ ਜੀਭ ਰਾਹੀਂ, ਸਤਿਗੁਰੂ ਕਹਿੰਦੇ ਹੱਥਾਂ ਰਾਹੀਂ, ਪੈਰਾਂ ਰਾਹੀਂ ਗੰਦਗੀ ਉਹ ਹੀ ਕਮਾ ਰਿਹਾ। ਇਹ ਗੰਦਗੀ ਵਾਲੇ ਪਾਸੇ ਭੱਜਾ ਜਾ ਰਿਹਾ। ਇਹਨੂੰ ਕਦੀ ਨਹੀਂ ਮੈਂ ਵੇਖਿਆ ਕਿ ਵੀ ਇਹ ਗੰਦਗੀ ਤੋਂ ਦੂਰ ਗਿਆ ਹੋਵੇ। ਗੰਦਗੀ ਜਿੰਨਾ ਬਾਹਰੋਂ ਭਾਵੇਂ ਜਿੰਨਾ ਮਰਜ਼ੀ ਸਾਫ਼ ਹੋਵੇ, ਬੜਾ ਚੰਗਾ ਹੋਵੇ, ਸੋਹਣਾ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਜੇ ਮਨ ਮੈਲਾ ਹੈ ਨਾ, ਫਿਰ ਇਹ ਨਾ ਸਮਝੀ ਕਿ ਵੀ ਸਭ ਕੁਝ ਸਾਫ਼ ਹੈ। ਬਚਨ ਸੁਣਿਓ ਧਿਆਨ ਦੇ ਨਾਲ। ਸਤਿਗੁਰੂ ਜੀ ਕਹਿੰਦੇ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਅਕਸਰ ਆਪਾਂ ਪਤਾ ਕੀ ਕਰਦੇ ਹਾਂ, ਸਾਡੀ ਭਟਕਣਾ ਹੋਰ ਕਿਵੇਂ ਵਧੀ, ਜਨਮ ਜਨਮ ਭਰਮਤ ਫਿਰਿਓ, ਆਪਾਂ ਉਸੇ ਤਰ੍ਹਾਂ ਕਿਵੇਂ ਭਟਕਦੇ ਰਹੇ। ਆਪਾਂ ਸਿਰਫ ਤੇ ਸਿਰਫ ਇੱਕ ਪਾਸੜ ਹੋ ਕੇ ਤੁਰੇ। ਉਹ ਕਿਵੇਂ ਜੀ? ਉਹ ਇਵੇਂ ਤੁਰੇ ਕਿ ਵੀ ਆਪਾਂ ਸਿਰਫ ਆਪਣੇ ਤਨ ਨੂੰ ਨਵਾਇਆ, ਆਪਣੇ ਸਰੀਰ ਨੂੰ ਸਾਫ਼ ਕਰਨ ਵੱਲ ਧਿਆਨ ਦਿੱਤਾ, ਮਨ ਵੱਲ ਕੋਈ ਆਇਆ ਹੀ ਨਹੀਂ। ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਤੁਸੀਂ ਜਦੋਂ ਜਪਜੀ ਸਾਹਿਬ ਬਾਣੀ ਪੜ੍ਹਦੇ ਹੋ ਤੇ 20 ਨੰਬਰ ਪੌੜੀ, ਜੇਕਰ ਮੈਂ ਭੁੱਲਦਾ ਨਾ ਹੋਵਾਂ, 20 ਨੰਬਰ ਪੌੜੀ ਹੈ ਜੀ। ਉੱਥੇ ਸਤਿਗੁਰੂ ਜੀ ਇਹੀ ਚੀਜ਼ ਗਣਾਉਂਦੇ ਆ ਸਾਰੀ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਆ ਤਾਂ ਧੁੱਪ ਗਿਆ ਜੀ ਧੰਨ। ਆ ਤੇ ਹੁਣ ਤੱਕ ਨਾ ਬਾਹਰ ਦੀਆਂ ਕਿਰਿਆਵਾਂ ਸਾਰੀਆਂ ਜੋ ਆਪਾਂ ਬਾਹਰ ਕਰਦੇ ਹਾਂ, ਕੱਪੜੇ ਪਾਣੀ ਨਾਲ ਸਾਬਣ ਨਾਲ ਧੋ ਲਏ ਆਪਾਂ, ਇਹ ਸਾਰੀਆਂ ਬਾਹਰ ਦੀਆਂ ਕਿਰਿਆਵਾਂ ਨੇ। ਉਹਦੇ ਵਿੱਚ ਸਰੀਰ ਵੀ ਆ ਜਾਂਦਾ, ਸਰੀਰ ਵੀ ਸਾਬਣ ਲਾ ਕੇ ਧੋ ਲਿਆ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਜਾਂ ਕਹਿ ਸਕਦੇ ਹਾਂ ਜਨਮ ਜਨਮ ਭਰਮਤ ਫਿਰਿਓ, ਜਿਹਦੇ ਕਰਕੇ ਭਟਕਣਾ ਪਈ। ਭਰੀਐ ਮਤ ਪਾਪਾਂ ਕੈ ਸੰਗ। ਜੇ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ, ਨਹੀਂ ਤਾਂ ਬੜੇ ਵਿਰਲੇ ਹੁੰਦੇ ਆ ਜਿਨ੍ਹਾਂ ਨੂੰ ਵੈਸੇ ਤਾਂ ਕੋਈ ਇਹ ਕਹਿਣ ਦੇ ਲਈ ਤਿਆਰ ਨਹੀਂ ਹੈ, ਕਿਉਂਕਿ ਆਪਣੇ ਔਗਣਾਂ 'ਤੇ ਆਪਣੀ ਮੈਲ 'ਤੇ ਸਾਰੇ ਪਰਦਾ ਪਾਉਣਾ ਚਾਹੁੰਦੇ ਆ। ਹੁਣ ਜੇ ਆਪਾਂ ਕੱਪੜੇ ਪਾ ਲਈਏ ਨਾ ਸੋਹਣੇ, ਅਤੇ ਉਹਦੇ ਉੱਤੇ ਕੋਈ ਦਾਗ ਲੱਗ ਜਾਏ ਅਤੇ ਬੰਦਾ ਉਸ ਦਾਗ ਨੂੰ ਵੀ ਵੇਖ ਕੇ ਖੁਸ਼ ਨਹੀਂ ਹੁੰਦਾ, ਉਹਨੂੰ ਵੀ ਲੁਕਾਉਣ ਦਾ ਯਤਨ ਕਰਦਾ ਕਿ ਵੀ ਇਹ ਦਾਗ ਲੱਗ ਗਿਆ। ਜੇ ਬਾਹਰ ਦੁਨੀਆ ਵੇਖੇਗੀ ਮੇਰੀ ਇਨਸਲਟ ਹੋਏਗੀ, ਬੇਇੱਜ਼ਤੀ ਹੋਏਗੀ ਮੇਰੀ, ਕਿ ਵੀ ਤੇਰੇ ਦਾਗ ਕਿਵੇਂ ਲੱਗ ਗਿਆ। ਡਰਦਾ ਬੰਦਾ। ਹੁਣ ਉਹਨੂੰ ਤੇ ਛੁਪਾ ਲਿਆ। ਭਰੀਐ ਮਤ ਪਾਪਾਂ ਕੈ ਸੰਗ, ਜਿਹੜੀ ਮਾਤੀ ਪਾਪਾਂ ਦੇ ਨਾਲ ਭਰੀ ਹੈ, ਜਿਹਦੇ ਕਰਕੇ ਜੀਵਨ ਦੀ ਭਟਕਣਾ ਬਣੀ ਹੋਈ ਹੈ। ਸਤਿਗੁਰੂ ਜੀ ਨੂੰ ਸਮਝ ਲੱਗ ਜੇ, ਉਹ ਤੇ ਕਵੇ ਕਿ ਵੀ ਮੈਂ ਕਿਵੇਂ ਦੂਰ ਕਰਾਂ। ਤੇ ਜਿਹੜਾ ਵਿਚਾਰਾ ਮੰਨਣ ਦੇ ਲਈ ਤਿਆਰ ਨਹੀਂ ਹੈ, ਉਹਨੂੰ ਭਾਵੇਂ ਤੁਸੀਂ ਸਮਝਾਈ ਜਾਓ, ਹੈ ਨਾ। ਉਹ ਇੱਕ ਆਉਂਦੀ ਹੈ ਨਾ, ਉਦਾਹਰਣ ਲੈਂਦੇ ਆ, ਕਹਿੰਦੇ ਆ ਕਿ ਵੀ ਜਿੰਨਾ ਮਰਜ਼ੀ ਕੋਈ ਸਮਝਾਈ ਜਾਵੇ, ਕਹੀ ਜਾਵੇ, ਉਹ ਭਰਾ ਭਾਵੇਂ ਆਪ ਕਮਲਾ ਹੋ ਜਾਏ, ਪਰ ਉਹ ਸਿਆਣਾ ਕਦੀ ਨਹੀਂ ਹੋ ਸਕਦਾ ਜਿਹਨੂੰ ਉਹ ਸਮਝਾ ਰਿਹਾ। ਇੱਕ ਉਦਾਹਰਨ ਲੈਂਦੇ ਨਾ ਆਪਾਂ, ਕਈ ਵਾਰ ਇਹ ਉਦਾਹਰਨ ਲਈ ਹੈ, ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵਿਹੜਾ। ਜਿੱਥੇ ਤੇ ਇੱਕ ਕਮਲਾ ਹੁੰਦਾ ਉਹਨੂੰ ਸਮਝਾਉਣ ਵਾਲਾ ਵਿਹੜਾ ਹੁੰਦਾ। ਤੇ ਅੱਗੇ ਪਤਾ ਕੀ ਕਹਿੰਦੇ ਆ ਸਾਡੇ ਸਿਆਣੇ, ਜਿੱਥੇ ਹੋਵੇ ਵਿਹੜਾ ਹੀ ਕਮਲਾ, ਜਿੱਥੇ ਸਾਰੇ ਇੱਕੋ ਵਰਗੇ ਹੋਣ, ਧੀਆਂ ਪੁੱਤਰ ਮਾਂ ਬਾਪ, ਜਿੱਥੇ ਸਭ ਦਾ ਹੀ ਆਵਾ ਉੱਤਿਆ ਹੋਵੇ, ਜਿੱਥੇ ਹੋਵੇ ਵਿਹੜਾ ਕਮਲਾ, ਉਹਨੂੰ ਸਮਝਾਵੇ ਕਿਹੜਾ। ਹੁਣ ਇੱਕ ਮੈਲ ਹੈ, ਉਹਨੂੰ ਸਮਝਾ, ਸਤਿਗੁਰੂ ਜੀ ਸਭ ਨੂੰ ਸਮਝਾ ਰਹੇ ਆ, ਕਿਉਂਕਿ ਇਹਦਾ ਮਤਲਬ ਹੈ ਕਿ ਸਾਡੀ ਜਿਹੜੀ ਗਿਣਤੀ ਹੈ ਨਾ, ਵਿੱਚ ਹੀ ਮੈਂ, ਆਪਾਂ ਕਮਲਿਆਂ ਵਿੱਚ ਆ। ਪਤਾ ਕਿਉਂ? ਵਿਣ ਨਾਮੈ ਜਗ ਕਮਲਾ ਫਿਰੈ। ਇਹ ਤਾਂ ਸਤਿਗੁਰੂ ਜੀ ਬਾਣੀ ਕਹਿ ਰਹੀ ਹੈ, ਮੈਂ ਆਪਣੇ ਆਪ ਕੋਲੋਂ ਥੋੜ੍ਹਾ ਕਹਿ ਰਿਹਾ ਕਿ ਵੀ ਜਿਹਦੇ ਕੋਲ ਪਰਮਾਤਮਾ ਦੀ ਭਗਤੀ ਨਹੀਂ, ਬੰਦਗੀ ਨਹੀਂ, ਉਹ ਕਮਲਾ ਹੀ ਹੈ, ਉਹ ਬੌਰਾਨਾ ਹੀ ਹੈ, ਬੌਰਾ ਹੀ ਹੈ। ਇਸ ਕਰਕੇ ਆਪਾਂ ਕਿਹਦੇ ਵਿੱਚ ਆ ਗਏ? ਕਮਲਿਆਂ ਵਿੱਚ ਆ ਗਏ, ਬੌਰਿਆਂ ਵਿੱਚ ਆ ਗਏ। ਹੁਣ ਸਤਿਗੁਰੂ ਜੀ ਸਾਡੇ ਕਮਲਪੁਣੇ ਨੂੰ ਦੂਰ ਕਰਦੇ ਆ,
ਸਾਡੇ ਬੁਰਾਨੇਪਨ ਨੂੰ ਦੂਰ ਕਰਦੇ ਆ, ਭਾਵ ਸਾਡੇ ਅੰਦਰ ਦੀ ਭਟਕਣਾ ਨੂੰ ਦੂਰ ਕਰਦੇ ਆ। ਜੇ ਤੈਨੂੰ ਇਹ ਪਤਾ ਲੱਗ ਗਿਆ ਕਿ ਵੀ ਤੇਰੇ ਅੰਦਰ ਮੈਲ ਹੈ, ਫਿਰ ਇੱਕ ਕੰਮ ਕਰੀ, ਗੁਰੂ ਕੋਲੋਂ ਪੁੱਛੀ। ਬਾਹਰ ਪੁੱਛੇਗਾ ਫਿਰ ਜਨਮ ਜਨਮ ਦੀ ਮੈਲ ਚੜ੍ਹ ਜੇਗੀ। ਬਾਹਰ ਨਾ ਕਿਸੇ ਨੂੰ ਵੀ ਪੁੱਛਿਓ, ਮੈਂ ਬੇਨਤੀ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਕਰਦਾ, ਬਾਹਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਔਗਣਾ ਮਾਰਾ ਕੋਈ ਨਾ ਕੋਈ ਲੱਭ ਜਾਏਗਾ, ਐਸਾ ਕੋਈ ਨਹੀਂ ਜਿਹੜਾ ਸਾਰਾ ਹੀ ਗੁਣਾ ਭਰਿਆ ਹੋਵੇ। ਮੈਂ ਤਾਂ ਇੱਥੋਂ ਤੱਕ ਵੀ ਕਹਿ ਦਿਆਂ, ਮੈਨੂੰ ਵੀ ਪੁੱਛਣ ਦੀ ਲੋੜ ਨਹੀਂ, ਆਪਾਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛਦੇ ਹਾਂ। ਭਰੀਐ ਮਤ ਪਾਪਾਂ ਕੈ ਸੰਗ, ਸਤਿਗੁਰੂ ਜੀ ਕਹਿੰਦੇ ਉਹ ਧੁੱਪ ਹੈ ਨਾ ਮੈਂ ਕਹਿ ਰੰਗ। ਉਹ ਧੁੱਪਦੀ ਕਿਵੇਂ ਆ? ਉਹ ਨਾਮ ਦੇ ਰੰਗ ਦੇ ਨਾਲ ਧੁੱਪਦੀ ਹੈ। ਜੇ ਕਿਤੇ ਨਾਮ ਦੇ ਰੰਗ ਦੀ ਰੰਗਤ ਚੜ ਜਾਏ, ਸਾਨੂੰ ਤੇ ਚੜੀ ਹੈ ਬਾਹਰ ਦੀ ਪਾ। ਸਵੇਰੇ ਹੁਕਮਨਾਮਾ ਆਇਆ ਸੀ, ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ। ਮੈਲ ਕਿਵੇਂ ਲਾਉਣੀ ਆਪਾਂ? ਰਹਾਉ ਦੇ ਪੰਕਤੀਆਂ ਵਿੱਚ ਵੇਖਿਓ, ਸਤਿਗੁਰੂ ਜੀ ਕਹਿੰਦੇ ਮੈਲ ਲਾਉਣੀ ਹੈ ਨਾ, ਠਾਕੁਰ ਗਾਈਐ ਆਤਮ ਰੰਗ। ਦੁਨੀਆ ਦੀਆਂ ਵਾਸ਼ਨਾਵਾਂ, ਦੁਨੀਆ ਦੀ ਮੋਹ ਮਾਇਆ, ਇਹਨਾਂ ਨੂੰ ਤਿਆਗ ਦੇ, ਛੱਡ ਦੇ ਇਹਨਾਂ ਨੂੰ ਕੁਝ ਪਲ ਦੇ ਲਈ। ਠਾਕੁਰ ਗਾਈਐ ਆਤਮ ਰੰਗ, ਰੱਬ ਦੇ ਗੁਣ ਰੰਗੇ ਹੋਏ ਨਿਜ ਆਤਮੇ ਤੋਂ ਗੱਲ ਹੈ। ਸਤਿਗੁਰੂ ਜੀ ਕਹਿੰਦੇ ਜਨਮਾਂ ਜਨਮਾਂ ਦੀ ਮੈਲ ਧੁੱਪ ਜੇਗੀ। ਫਿਰ ਧਿਆਨ ਨਾਲ ਸੁਣਿਓ, ਇਹਨੂੰ ਫਿਰ ਥੋੜ੍ਹਾ ਜਿਹਾ ਸਮਝਿਓ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਬੜਾ ਪਿਆਰਾ ਬਚਨ, ਜਦੋਂ ਤੁਸੀਂ ਬਾਣੀ ਚੌਪਈ ਸਾਹਿਬ ਇਹ ਰਚਨਾ ਪੜ੍ਹਦੇ ਹੋ ਨਾ, ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹੋ ਇਹ, ਤੇ ਉਹਦੀਆਂ ਲਾਸਟ ਵਿੱਚ ਜਦੋਂ ਤੁਸੀਂ ਜਾਂਦੇ ਹੋ ਤੇ ਉੱਤੇ ਲਾਸਟ ਵਿੱਚ ਸਤਿਗੁਰੂ ਜੀ ਪਤਾ ਕੀ ਕਹਿੰਦੇ ਆ? ਏਕ ਬਾਰ ਜਿਨ ਤੁਮੈ ਸੰਭਾਰਾ। ਵੇਖੋ ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਿਹਾ ਠਾਕੁਰ ਗਾਈਐ ਆਤਮ ਰੰਗ। ਇੱਕ ਵਾਰੀ ਆਤਮੇ ਤੋਂ ਗੱਲ ਹੈ ਤਾਂ ਸਾਰਾ ਕੁਝ ਦੂਰ ਹੋ ਜਾਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਤਾਂ ਉਹੀ ਕਹਿ ਰਹੇ ਆ, ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀਂ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ। ਸਾਰੀ ਮੈਲ ਉਤਰ ਗਈ ਉਹਦੀ, ਤੇ ਨਾ ਦੁੱਖ ਰਿਹਾ ਨਾ ਦੁਸ਼ਟ ਰਹੇ। ਸਤਿਗੁਰ ਕਹਿੰਦੇ ਸਭ ਕੁਝ ਸਹੀ ਹੋ ਗਿਆ। ਗੱਲ ਤਾਂ ਰੱਬ ਨੂੰ ਸੰਭਾਲਣ ਦੀ ਹੈ। ਰੱਬ ਨੂੰ ਸੰਭਾਲਣ ਦੀ ਭਾਵ ਉਹਨੂੰ ਜਪਣ ਦੀ ਹੈ। ਜਿਹੜੀ ਭਟਕਣਾ ਸਾਡੀ ਬਣੀ ਹੋਈ ਹੈ ਨਾ, ਅੱਜ ਦੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਜਿਹੜੀ ਮੈਲ ਤੁਰੀ ਆ ਰਹੀ ਹੈ ਨਾ, ਇਹ ਅੱਜ ਦੀ ਨਹੀਂ ਹੈ। ਹੁਣ ਫਿਰ ਇੱਕ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਸਤਿਗੁਰੂ ਜੀ ਦੀ ਬਾਣੀ ਵਿੱਚੋਂ। ਧੰਨ ਗੁਰੂ ਨਾਨਕ ਮਹਾਰਾਜ ਸਤਿਗੁਰੂ ਜੀ, ਮਾਫ ਕਰਨਾ, ਭਗਤਾਂ ਦੀ ਬਾਣੀ ਵਿੱਚੋਂ ਇਹ ਬਚਨ ਹੈ। ਭਗਤ ਨਾਮਦੇਵ ਜੀ ਦਾ ਸ਼ਾਇਦ ਬਚਨ ਹੈ। ਭਗਤ ਨਾਮਦੇਵ ਜੀ ਇੱਕ ਬੜਾ ਪਿਆਰਾ ਬਚਨ ਕਰਦੇ, ਸਿਰਫ ਇੱਕੋ ਪੰਕਤੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਉੱਥੇ ਭਗਤ ਜੀ ਕਹਿੰਦੇ ਆ, ਭ੍ਰਮਤ ਫਿਰਤ ਜਨਮ ਜਨਮ ਭਾਵ ਭ੍ਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ। ਹੁਣ ਕੀ ਹੋਇਆ? ਭ੍ਰਮਤ ਫਿਰਤ ਬੋ ਜਨਮ ਬਿਲਾਨੇ। ਉੱਥੇ ਵੀ ਭਗਤ ਜੀ ਕਹਿੰਦੇ ਆ ਕਿ ਵੀ ਭਟਕਦਿਆਂ ਨੂੰ, ਭਰਮਦਿਆਂ ਨੂੰ ਜਨਮ ਬੀਤ ਗਏ। ਅੱਗੇ ਧਿਆਨ ਨਾਲ ਸੁਣਿਓ, ਭ੍ਰਮਤ ਫਿਰਤ ਬੋ ਜਨਮ ਬਿਲਾਨੇ ਤਨ ਮਨ ਧਨ ਨਹੀਂ ਧੀਰੇ। ਕੁਝ ਵੀ ਟਿਕਿਆ ਨਹੀਂ। ਧੀਰੇ ਦਾ ਅਰਥ ਕੀ ਹੈ ਜੀ ਭਲਾ? ਅਸਲ ਵਿੱਚ ਨਾ ਜਦੋਂ ਆਪਾਂ ਭਾਵ ਅਰਥ ਕਰਦੇ ਹਾਂ, ਧੀਰੇ ਦਾ ਅਰਥ ਕਈ ਧੀਰਜ ਕਰ ਜਾਂਦੇ ਆ ਕਿ ਵੀ ਕਿਸੇ ਵਿੱਚ ਵੀ ਧੀਰਜ ਨਹੀਂ। ਨਹੀਂ, ਉੱਥੇ ਧੀਰੇ ਨਹੀਂ ਹੈ, ਭਾਵ ਉੱਥੇ ਧੀਰਜ ਅਰਥ ਨਹੀਂ ਹੈ। ਧੀਰੇ ਦਾ ਅਰਥ ਹੈ ਟਿਕਾ। ਨਾ ਤੇ ਮਨ ਟਿਕਿਆ, ਨਾ ਤੇਰਾ ਤਨ ਟਿਕਿਆ, ਤਨ ਭਾਵ ਸਰੀਰ ਟਿਕਿਆ। ਤਨ ਮਨ ਧਨ, ਨਾਲ ਹੀ ਧਨ ਦੀ ਵੀ ਗੱਲ ਕੀਤੀ ਕਿ ਵੀ ਨਾ ਹੀ ਤੇਰੇ ਕੋਲ ਧਨ ਟਿਕਿਆ। ਹੁਣ ਸਤਿਗੁਰੂ ਜੀ ਕਹਿੰਦੇ ਜਿਹੜਾ ਬੰਦਾ ਅੰਨਾ ਬੋਲਾ ਹੋ ਜਾਏ, ਨਾ ਤੇ ਉਹ ਮਨ ਕਰਕੇ ਟਿਕ ਪਾਉਂਦਾ ਹੈ, ਨਾ ਸਰੀਰ ਤਨ ਕਰਕੇ ਟਿਕ ਪਾਉਂਦਾ ਹੈ, ਧਨ ਤੇ ਉਹਦੇ ਕੋਲ ਕੀ ਟਿਕਣਾ ਹੈ। ਸੋ ਭਾਵ ਇਹੀ ਭਟਕਣਾ ਦੇ ਕਾਰਨ ਨੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ। ਤੇਰੀ ਜਿਹੜੀ ਜਮਾਂ ਦੀ ਤਰਾਸ ਹੈ ਨਾ, ਜਮ ਥੋੜ੍ਹਾ ਜਿਹਾ ਇਹਨੂੰ ਵੀ ਫਿਰ ਸਮਝੋ। ਤਰਾਸ ਦਾ ਅਰਥ ਹੁੰਦਾ ਡਰ।
भाव ਜਿਹੜੇ ਜਮਾਂ ਦਾ ਡਰ ਤੈਨੂੰ ਚਿੰਬੜਿਆ ਹੋਇਆ ਨਾ, ਇਹ ਲੈਂਦਾ ਨਹੀਂ, ਇਹ ਉਸੇ ਤਰ੍ਹਾਂ ਬਣਿਆ ਰਹਿੰਦਾ। ਇੱਥੇ ਭਾਵ ਅਰਥ ਨੇ ਜੀ, ਜਮਾਂ ਦਾ ਡਰ ਇਸ ਦੇ ਅੰਦਰੋਂ ਮੁੱਕਦਾ ਨਹੀਂ। ਜਮ ਕੀ ਹੈ ਕਿ ਬਾਰ-ਬਾਰ ਸਾਨੂੰ ਤਾਂ ਬਚਪਨ ਤੋਂ ਲੈ ਕੇ ਬਜ਼ੁਰਗੀ ਤੱਕ ਆਪਾਂ ਚਲੇ ਜਾਂਦੇ ਹਾਂ, ਹੈ ਨਾ ਜੀ। ਪਹਿਲਾਂ ਸਾਡੇ ਬਜ਼ੁਰਗ ਸਾਨੂੰ ਡਰਾਉਂਦੇ ਰਹੇ, ਅੱਗੋਂ ਜਦੋਂ ਅਸੀਂ ਬਜ਼ੁਰਗ ਹੋਣਾ ਅਸੀਂ ਆਪਣੇ ਨਿਆਣਿਆਂ ਨੂੰ ਡਰਾਉਣ ਲੱਗ ਜਾਣਾ। ਜਮ ਆਉਂਦੇ ਆ, ਫਲਾਣਾ ਆਉਂਦਾ, ਆਹ ਆਉਂਦਾ, ਉਹ ਆਉਂਦਾ, ਹੈ ਨਾ ਜੀ। ਅਤੇ ਉਹ ਬੱਚਾ ਵਿਚਾਰਾ ਉਸੇ ਡਰ ਦੇ ਵਿੱਚ ਆਪਣਾ ਸਾਰੀ ਜ਼ਿੰਦਗੀ ਬਿਤਾ ਦਿੰਦਾ। ਸੁਣਿਓ ਧਿਆਨ ਦੇ ਨਾਲ, ਸਾਡਾ ਮੰਨਣਾ ਜਮ ਆਉਂਦੇ ਆ, ਹੈ ਨਾ ਜੀ। ਉਹ ਜਮ ਕੀ ਕਰਦੇ ਆ, ਬਾਣੀ ਵਿੱਚ ਵੀ ਬਚਨ ਆਇਆ, ਜਬ ਜਮ ਆਵੈ ਕੇਸ ਗਹਿ ਪਟਕੈ, ਕੇਸਾਂ ਤੋਂ ਫੜ ਲੈਂਦਾ, ਪਟਕ ਕੇ ਮਾਰਦਾ। ਅਤੇ ਬਾਣੀ ਨੇ ਗੱਲ ਕੀਤੀ ਹੈ, ਪਰ ਚੇਤੇ ਰੱਖਣਾ ਇਸ ਜਮ ਦੀ ਤਾਂ ਗੱਲ ਸਤਿਗੁਰੂ ਜੀ ਬਾਣੀ ਵਿੱਚ ਕਰ ਰਹੇ ਆ, ਪਰ ਕੁਝ ਜਮ ਸਾਡੇ ਅੰਦਰ ਦੇ ਵੀ ਨੇ, ਉਹਨਾਂ ਬਾਰੇ ਕਦੀ ਸਾਡਾ ਖਿਆਲ ਨਹੀਂ ਗਿਆ। ਜੇ ਕਿਤੇ ਇਹ ਜਮ ਸਾਡੇ ਕੋਲੋਂ ਛੁਟਕਾਰਾ ਪਾ ਲੈਣ, ਬਾਹਰ ਦੇ ਜਮ ਦਾ ਡਰ ਹੀ ਨਹੀਂ ਰਹਿੰਦਾ। ਜੇ ਸਾਡੇ ਅੰਦਰ ਹੀ ਜਮ ਬੈਠੇ ਸਾਨੂੰ ਤੰਗ ਕਰ ਰਹੇ ਆ, ਬਾਹਰ ਦਾ ਤਾਂ ਫਿਰ ਡਰ ਹੋਏਗਾ ਹੀ ਨਹੀਂ। ਜੇ ਅੰਦਰੋਂ ਹੀ ਡਰ ਰਹੇ ਆ, ਬਾਹਰ ਦਾ ਡਰ ਆਪੇ ਹੋਏਗਾ। ਆਪਾਂ ਤੇ ਅੰਦਰੋਂ ਨਿਰਭੈ ਨਹੀਂ ਹੋਏ, ਬਾਹਰੋਂ ਕਿਵੇਂ ਨਿਰਭੈ ਹੋ ਜਾਵਾਂਗੇ। ਹੁਣ ਸਾਡੇ ਅੰਦਰ ਜਮ ਨੇ। ਸਤਿਗੁਰੂ ਜੀ ਦੀ ਬਾਣੀ ਨੇ ਇਸ ਗੱਲ ਦਾ ਫੈਸਲਾ ਕੀਤਾ, ਜਿਹੜੇ 5 ਵਿਕਾਰ ਨੇ ਨਾ ਸਾਡੇ ਅੰਦਰ, ਉਹ ਸਾਡੇ ਅੰਦਰ ਜਮਾਂ ਦਾ ਹੀ ਕੰਮ ਕਰਦੇ ਆ। ਸਤਿਗੁਰੂ ਜੀ ਦੀ ਬਾਣੀ, ਸਤਿਗੁਰੂ ਜੀ ਪਤਾ ਕੀ ਕਹਿੰਦੇ ਆ, ਇਹ ਜਿਹੜੇ 5 ਨੇ ਇਹ ਰੋਜ਼ ਜਮ ਸਾਨੂੰ ਲੁੱਟ ਰਹੇ ਆ। ਮਾਰੈ ਲੁੱਟੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਹੁਣ ਮਾਰਦਾ ਲੁੱਟਦਾ ਹੈ, ਅੰਦਰ ਬੈਠੀ ਸਾਨੂੰ ਰੋਜ਼ ਮਾਰ ਪੈਂਦੀ ਹੈ, ਰੋਜ਼ ਸਾਡੇ ਅੰਦਰ ਲੁੱਟਾਂ ਹੁੰਦੀਆਂ ਨੇ, ਰੋਜ਼ ਖੋਹਾਂ ਹੁੰਦੀਆਂ ਨੇ। ਜਿੰਨਾ ਵੀ ਸਾਡਾ ਆਤਮਿਕ ਆਨੰਦ ਹੈ, ਇਹ ਜਮ ਰੋਜ਼ ਖੋਈ ਜਾ ਰਹੇ ਆ। ਹੁਣ ਸਤਿਗੁਰੂ ਜੀ ਕਹਿੰਦੇ ਆ, ਕਿਸ ਆਗੇ ਕਰੀ ਪੁਕਾਰ ਜਨਾ, ਕਿਹਦੇ ਅੱਗੇ ਪੁਕਾਰ ਕਰਾਂ, ਕਿਹਦੇ ਅੱਗੇ ਪੱਲਾ ਅੱਡਾਂ, ਕਿਹਦੇ ਅੱਗੇ ਝੋਲੀ ਅੱਡਾਂ, ਕਿਹਦੇ ਅੱਗੇ ਫਰਿਆਦ ਕਰਾਂ। ਇੱਕੋ ਹੀ ਬਚਨ ਨੇ ਸਾਰੇ, ਕਿਹਦੇ ਅੱਗੇ ਜੋਦੜੀ ਕਰਾਂ। ਸਤਿਗੁਰੂ ਜੀ ਕਹਿੰਦੇ, ਜੇ ਇਹ ਬਾਹਰ ਤੇ ਅੰਦਰ ਦੇ ਜਮ ਤੋਂ ਬਚਣਾ ਚਾਹੁੰਦਾ ਹੈ ਨਾ, ਫਿਰ ਗੁਰੂ ਅੱਗੇ ਅਰਦਾਸ ਕਰ, ਜਿਨ ਮਿਲ ਮਾਰੇ ਪੰਚ ਸੂਰਬੀਰ। ਫਿਰ ਗੁਰੂ ਇਹਨਾਂ ਦੇ ਨਾਲ ਲੜਨ ਲਈ ਤੈਨੂੰ ਯੋਧਾ ਬਣਾ ਦੇਗਾ, ਜਮਾਂ ਨਾਲ ਵੀ ਲੜਨਾ ਸਿਖਾ ਦੇਗਾ ਤੈਨੂੰ ਗੁਰੂ। ਜਿੱਦਣ ਤੈਨੂੰ ਇਹਨਾਂ ਜਮਾਂ ਨਾਲ ਲੜਨਾ ਆ ਗਿਆ, ਗੁਰੂ ਕਹਿੰਦਾ ਹੈ, ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਤਾਕਤਵਰ ਬਣ ਗਿਆ। ਇੱਕ ਯੋਧਾ ਬਾਹਰ ਦਾ ਹੁੰਦਾ, ਇੱਕ ਯੋਧਾ ਅੰਦਰ ਦਾ ਹੁੰਦਾ। ਬਾਹਰ ਦੇ ਯੋਧੇ ਦੀ ਗੱਲ ਆਉਂਦੀ ਹੈ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ, ਉਹ ਸੂਰਮਾ। ਇੱਕ ਹੁੰਦਾ ਆਪਣਾ ਅੰਦਰ, ਭਾਵ ਜਿਹੜਾ ਆਪਣੇ ਨਿਜ ਆਤਮੇ ਨੂੰ ਜਿੱਤ ਲੈਂਦਾ ਨਾ, ਆਪਣੇ ਅੰਦਰ ਦੀ ਭਟਕਣਾ ਨੂੰ ਮੁਕਾ ਲੈਂਦਾ, ਉਹਨੂੰ ਕਹਿੰਦੇ ਆ ਸੂਰਮਾ। ਜਿਹੜਾ ਬਚਨ ਸਾਂਝਾ ਕੀਤਾ ਸੀ, ਜਾਕੋ ਹਰ ਲੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ, ਇੱਕੋ ਸੂਰਮਾ ਹੁੰਦਾ। ਸੋ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਜਮਾਂ ਦਾ ਭੈ ਨਹੀਂ ਤੇਰੇ ਅੰਦਰੋਂ ਗਿਆ, ਇਹ ਡਰ ਨਹੀਂ ਤੇਰੇ ਅੰਦਰੋਂ ਗਿਆ। ਕਹੋ ਨਾਨਕ ਹਰ ਭਜ ਮਨਾ, ਨਿਰਭੈ ਪਾਵੈ ਬਾਸ। ਹੇ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਮੈਂ ਤੈਨੂੰ ਦੱਸਣਾ ਚਾਹੁੰਦਾ, ਜਿਹੜੇ ਰੱਬ ਨੂੰ ਭਜ ਲੈਂਦੇ ਆ, ਭਾਵ ਜਪ ਲੈਂਦੇ ਆ, ਜਿਹੜੇ ਰੱਬ ਨੂੰ ਸਿਮਰ ਲੈਂਦੇ ਆ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ। ਸਾਰੇ ਡਰ ਚੁੱਕ ਜਾਂਦੇ ਆ, ਸਾਰੇ ਡਰ ਭੈ ਤੋਂ ਦੂਰ ਹੋ ਜਾਂਦਾ ਉਹ। ਭਾਵ ਅਰਥ ਨੇ ਇਹਦੇ ਜੀ, ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ। ਭਜਨ ਦੀ ਬਰਕਤ ਦੇ ਨਾਲ ਉਸ ਪ੍ਰਭੂ ਵਿੱਚ ਨਿਵਾਸ ਪ੍ਰਾਪਤ ਕਰ ਲਏਗਾ, ਜਿਸ ਨੂੰ ਕੋਈ ਡਰ ਪਾਉ ਨਹੀਂ ਸਕਦਾ। ਭਾਵ ਰੱਬ ਵਿੱਚ ਇਕਮਿਕਤਾ ਹੋ ਜਾਣੀ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਪਾਵਨ ਬਚਨ ਸਾਡੇ ਹਿਰਦੇ ਦੇ ਅੰਦਰ ਵਾਸ ਕਰ ਜਾਏ ਤੇ ਬਚਨ ਅਨੁਸਾਰ ਆਪਾਂ ਜੀਵਨ ਜੀ ਸਕੀਏ, ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਬੋਲਦਿਆਂ ਪਾਸਿਓਂ, ਵਿਚਾਰਾਂ ਕਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਆਪ ਜੀ ਦੀ ਚਰਨਾਂ ਦੀ ਧੂੜ ਜਾਣ ਕੇ ਮਾਫ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ